जी अस्सलाम वालेकुम। वालेकुम सलाम। क्या हाल है बेटा, ठीक हो? ठीक ठाक जी अलहमदुल्ला। अच्छा, की नाम ਤੁਹਾਡਾ? उसामा बिन अकबर। उसामा बिन अकबर बिन अकबर जी। जी। उसामा बिन अकबर साहब की कर रहे हो तुसी सर? मैं बीबीए कर रहा हूँ, मेरा लास्ट सेमेस्टर है यूनिवर्सिटी ऑफ फैसलाबाद से। अच्छा अच्छा, फैसल टाउन जी है जी इधर जो है फैसल टाउन में ना। अच्छा, पंजाबी नहीं आती थानू? हाँ जी आंदी आंदी ਮੈਨੂੰ ਪੰਜਾਬੀ ਚ ਬੋਲੋ ਯਾਰ, ਸਾਡੇ ਪੰਜਾਬ ਆ। ਇੱਥੇ ਫੈਸਲ ਟਾਊਨ ਵਿੱਚ ਹੈਗੀ ਹੈ ਇਹਨਾਂ ਦੀ ਨਾ ਬ੍ਰਾਂਚ ਜਿਹੜੀ ਆ ਅਮੀਨ ਕੈਂਪਸ ਇਹਨੂੰ ਕਹਿੰਦੇ। ਅਮੀਨ ਇਹਨਾਂ ਦੇ ਦੋ ਕੈਂਪਸ ਆ, ਇੱਕ ਸਰਗੋਦਾ ਰੋਡ ਤੇ ਆ। ਅੱਛਾ। ਉਹ ਇਹਨਾਂ ਦਾ ਹੈਲਥ ਸਾਇੰਸਿਸ ਵਿੰਗ ਆ, ਉੱਥੇ ਸਾਰੇ ਹੈਲਥ ਤੋਂ ਰਿਲੇਟਡ ਜਿੰਨੇ ਵੀ ਡਿਗਰੀਆਂ ਨਾ ਐਮਬੀਬੀਐਸ ਵਗੈਰਾ ਉੱਥੇ ਹੁੰਦਾ। ਅੱਛਾ ਅੱਛਾ। ਬਾਕੀ ਜੀ ਇੱਥੇ ਇੱਕ ਉਹ ਆ ਮਤਲਬ ਕੁੜੀ ਮੁੰਡਿਆਂ ਦਾ ਇਕੱਠਾ ਵਾ ਯੂਨੀਵਰਸਿਟੀ ਨਾ। ਤੇ ਇੱਥੇ ਵੀ ਲੜਕੀਆਂ ਇਕੱਠੀਆਂ ਹੀ ਆ? ਇੱਥੇ ਲੜਕੀਆਂ ਇਕੱਠੀਆਂ ਨੇ। ਉਹ ਜਿਹੜਾ ਹੈਲਥ ਸਾਇੰਸ ਆ ਸਰਗੋਦੇ ਰੋਡ ਵਾਲਾ, ਉੱਥੇ ਸਿਰਫ ਇਕੱਲੀਆਂ ਲੜਕੀਆਂ ਹੀ ਨੇ। ਇੱਥੇ ਸਿਰਫ ਲੜਕੀਆਂ ਨੇ। ਤੇ ਇਹ ਬੀਬੀਏ ਦੀ ਡਿਗਰੀ ਤੁਸੀਂ ਕਿਉਂ ਜੁਆਇਨ ਕੀਤੀ? ਹੋਰ ਕੋਈ ਡਿਗਰੀ ਕਰ ਲੈਂਦੇ। ਬੀਬੀਏ ਦੀ ਡਿਗਰੀ ਦੀ ਕੀ ਸਮਝ ਕੇ ਤੁਸੀਂ ਇਹਨੂੰ ਕਿਵੇਂ ਅਹਿਮੀਅਤ ਦਿੱਤੀ ਵੀ ਇਹ ਬੀਬੀਏ ਦੀ ਡਿਗਰੀ ਕਰੀਏ? ਬਾਕੀ ਮੈਂ ਡਿਗਰੀ ਵਗੈਰਾ ਪਹਿਲੇ ਮੈਂ ਸੀਐਸ ਵਿੱਚ ਐਨਰੋਲ ਹੋਇਆ ਸੀ, ਕੰਪਿਊਟਰ ਸਾਇੰਸ ਵਿੱਚ। ਅੱਛਾ। ਉਹਦੇ ਵਿੱਚ ਪ੍ਰੋਗਰਾਮਿੰਗ ਲੈਂਗੁਏਜ ਵਗੈਰਾ ਉਹ ਥੋੜਾ ਜਿਹਾ ਮੇਰੇ ਨਾਲ ਉੱਤੋਂ ਲੰਘ ਰਹੀ ਸੀ। ਸਮਝ ਨਹੀਂ ਸੀ ਉਹਦੀ ਆ ਰਹੀ। ਅੱਛਾ ਅੱਛਾ। ਬਾਕੀ ਮੈਂ ਦੇਖਿਆ ਤੇ ਮੈਨੂੰ ਜਿਹੜਾ ਨਾ ਬੀਬੀਏ ਜ਼ਿਆਦਾ ਅਟਰੈਕਟ ਕੀਤਾ, ਕਿਉਂਕਿ ਮੈਂ ਕਾਰੋਬਾਰ ਕਰਨਾ ਚਾਹੁੰਦਾ ਸੀ। ਤੇ ਇਹਦੇ ਵਿੱਚ ਟੋਟਲ ਕਾਰੋਬਾਰ ਤੋਂ ਰਿਲੇਟਡ ਤੁਹਾਡੀ ਸਟੱਡੀ ਹੁੰਦੀ ਆ। ਕਾਰੋਬਾਰ ਨੂੰ ਕਿਸ ਤਰ੍ਹਾਂ ਸ਼ੁਰੂ ਕਰੀਦਾ, ਕਿੱਦਾਂ ਉਹਨੂੰ ਐਸਟੈਬਲਿਸ਼ ਕਰੀਦਾ, ਉੱਤੇ ਕਿੱਦਾਂ ਲੈ ਕੇ ਜਾਈਦਾ। ਠੀਕ ਹੋ ਗਿਆ, ਮਤਲਬ ਟੋਟਲ ਮੈਨੇਜਮੈਂਟ ਦੇ ਰਿਲੇਟਡ ਨਾ। ਬੀਬੀਏ ਕਿਸ ਚੀਜ਼ ਦਾ ਮੁਖੱਫਫ? ਇਹ ਬੈਚਲਰਸ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਮਿਲਦਾ ਹੈ। ਅੱਛਾ ਅੱਛਾ, ਵੈਰੀ ਗੁੱਡ। ਤੇ ਯਾਨੀ ਤੁਸੀਂ ਫਿਊਚਰ ਦੇ ਵਿੱਚ ਬਿਜ਼ਨਸ ਕਰਨਾ ਚਾਹੁੰਦੇ ਹੋ, ਇਸ ਵਾਸਤੇ ਕਰ ਰਹੇ ਹੋ ਡਿਗਰੀ? ਹਾਂਜੀ। ਅੱਛਾ ਅੱਛਾ ਅੱਛਾ। ਤੇ ਉਹ ਇਹਨਾਂ ਨੂੰ ਜੀ ਮੈਂ ਚੁੱਕਿਆ ਫੈਸਲ ਹਸਪਤਾਲ ਤੋਂ, ਇਹਨਾਂ ਨੂੰ ਲੈ ਕੇ ਸਬੀਨਾ ਟਾਊਨ ਵਾਲੀ ਸਾਈਡ ਤੇ ਜਾ ਰਿਹਾ, ਉੱਥੇ ਰਹਿੰਦੇ ਨੇ। ਤੇ ਇਹਨਾਂ ਦੇ ਨਾਲ ਵਲੌਗ ਬਣਾ ਰਿਹਾ ਮੈਂ, ਤੇ ਇਹਨਾਂ ਕੋਲੋਂ ਬਾਕੀ ਹੋਰ ਮਜ਼ੀਦ ਮਾਲੂਮਾਤ ਲੈਣੇ ਆ। ਇਹ ਜਿਹੜੇ ਲੜਕੀਆਂ ਔਰ ਲੜਕੇ ਇਕੱਠੇ ਯੂਨੀਵਰਸਿਟੀ ਪੜ੍ਹਦੇ ਆ, ਤੇ ਇਹਦੇ ਚ ਕੋਈ ਹਰਜ ਤਾਂ ਨਹੀਂ ਹੈ ਜਾਂ ਕੋਈ ਮਾਮਲਾ ਠੀਕ ਰਹਿੰਦੇ ਨੇ? ਨਹੀਂ, ਜਿੱਥੇ ਵੀ ਲੜਕੇ ਲੜਕੀ ਜਿਹੜੇ ਇਕੱਠੇ ਹੁੰਦੇ ਨੇ ਉੱਥੇ ਪ੍ਰੋਬਲਮ ਕ੍ਰੀਏਟ ਹੁੰਦੀਆਂ ਹੀ ਹੁੰਦੀਆਂ ਨੇ ਜੀ, ਕਿਉਂਕਿ ਸ਼ਰਾਰਤੀ ਲੜਕੇ ਵੀ ਹੋਣੇ ਆ ਨਾ। ਸ਼ਰਾਰਤੀ ਨਾ ਵੀ ਹੋਣ, ਵੈਸੇ ਹੀ ਇਸਲਾਮੀ ਤੌਰ ਤੇ ਵੀ ਅਖਲਾਕਿਆਤ ਦੇ ਹਿਸਾਬ ਨਾਲ ਵੀ ਗਲਤ ਆ ਕਿ ਕੁੜੀਆਂ ਮੁੰਡਿਆਂ ਦਾ ਇਕੱਠਾ ਕਿਸੇ ਵੀ ਜਗ੍ਹਾ ਤੇ ਨਹੀਂ ਹੋਣਾ ਚਾਹੀਦਾ ਨਾ, ਭਾਵੇਂ ਉਹ ਪੜ੍ਹਾਈ ਦੇ ਰਿਲੇਟਡ ਆ ਜੋ ਵੀ ਆ। ਬਾਕੀ ਇਹ ਯੂਨੀਵਰਸਿਟੀਆਂ ਦਾ ਕਿਉਂਕਿ ਕਾਰੋਬਾਰ ਆ, ਉਹ ਹੁਣ ਜੇ ਵੱਖਰੇ ਕਰਨਗੇ ਤੇ ਉਹਨਾਂ ਦੀ ਪਾਣੀ ਪਏਗੀ, ਉਹਨਾਂ ਦੀ ਖਰਚਾਤ ਵੱਧ ਜਾਣਗੇ। ਇਸ ਲਈ ਫਿਰ ਉਹ ਅੱਜ ਕੱਲ ਇਹ ਟ੍ਰੈਂਡ ਆ ਇਕੱਠਾ ਹੀ ਜਿਹੜਾ ਨਾ ਕੋਰਸ ਸਿਸਟਮ ਹੀ ਆ। ਔਰ ਜ਼ਿਆਦਾ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਰਹੀ ਹੈ ਉਹ ਵੀ ਕੋਰਸ ਸਿਸਟਮ 'ਚ ਪੜ੍ਹਨਾ ਪਸੰਦ ਕਰਦੀ ਹੈ। ਉਹ ਕੋਰਸ ਸਿਸਟਮ ਵਿੱਚ ਪਸੰਦ ਕਰਦੀ ਹੈ, ਨਵੀਂ ਜਨਰੇਸ਼ਨ ਆ ਨਾ। ਹਾਂ ਮਾਸ਼ਾਅੱਲਾ, ਅੱਲਾ ਖੈਰ ਕਰੇ। ਅੱਛਾ, ਇਹ ਬੀਬੀਏ ਦੇ ਕਿੰਨੇ ਸਮੈਸਟਰ ਨੇ? 8 ਸਮੈਸਟਰ। ਅੱਛਾ, ਤੁਹਾਡਾ ਕਿੰਨਾ ਸਮੈਸਟਰ ਹੈ? ਮੇਰਾ ਲਾਸਟ 8ਵਾਂ ਸਮੈਸਟਰ। ਅੱਛਾ, ਇੱਕ ਸਮੈਸਟਰ ਦੀ ਕਿੰਨੀ ਫੀਸ ਆ? 1 ਲੱਖ ਰੁਪਏ ਤਕਰੀਬਨ ਇਸ ਯੂਨੀਵਰਸਿਟੀ ਦੀ। ਇਸ ਯੂਨੀਵਰਸਿਟੀ ਦੀ। ਹੋਰ ਯੂਨੀਵਰਸਿਟੀਆਂ ਵੀ ਬੀਬੀਏ ਕਰਾਉਂਦੀਆਂ ਹੋਣੀਆਂ ਬਹੁਤ? ਹਾਂਜੀ, ਸਾਰੀਆਂ ਤਕਰੀਬਨ ਯੂਨੀਵਰਸਿਟੀਆਂ ਬੀਬੀਏ ਦੀ ਡਿਗਰੀ ਕਰਾਉਂਦੀਆਂ ਨੇ। ਅੱਛਾ, ਇਹ ਨੌਨ ਟੈਕਨੀਕਲ ਡਿਗਰੀ ਹੈ, ਇਹ ਹਰ ਯੂਨੀਵਰਸਿਟੀ ਆਫਰ ਕਰਦੀ ਹੈ। ਅੱਛਾ, ਤੇ ਬੀਬੀਏ ਦੀ ਡਿਗਰੀ ਜਿਹੜੀ ਆ ਇਹ 1 ਲੱਖ ਰੁਪਏ ਚ ਹੁੰਦੀ, ਜਿਹਦੇ ਵਿੱਚ ਹਾਸਟਲ ਵੀ ਕੋਈ ਨਹੀਂ, ਖਾਣਾ ਵੀ ਕੋਈ ਨਹੀਂ, ਤੇ ਜਿਹੜਾ ਬੰਦਾ ਹਾਸਟਲ ਲਏਗਾ ਤੇ ਵਾਸਤੇ ਬਹੁਤ ਮਹਿੰਗੀ ਪੈ ਜਾਏਗੀ ਨਾ। ਹਾਂਜੀ, ਹਾਸਟਲ ਦਾ ਤਕਰੀਬਨ 15 ਤੋਂ 20 ਹਜ਼ਾਰ ਰੁਪਏ ਹੈ ਲੈਂਦੇ ਆ। ਅੱਛਾ, ਤੇ ਪਰ ਮੰਥ ਇਹਨਾਂ ਦਾ ਹੈ। ਅੱਛਾ, ਤੇ ਤੁਸੀਂ ਇਸੇ ਯੂਨੀਵਰਸਿਟੀ ਨੂੰ ਕਿਉਂ ਤਰਜੀਹ ਦਿੱਤੀ? ਬਾਕੀ ਸਾਰੀ ਜਿਹੜੀ ਫੈਸਲਾਬਾਦ ਯੂਨੀਵਰਸਿਟੀਆਂ ਨੇ, ਜੇ ਗਵਰਨਮੈਂਟ ਦੇ ਸੈਕਟਰ ਵਿੱਚ ਜਾਓ ਤੇ ਉੱਥੇ ਫੀਸਾਂ ਦੇ ਬੇਸ਼ੱਕ ਘੱਟ ਨੇ, ਲੇਕਿਨ ਉੱਥੇ ਤਾਲੀਮ ਦਾ ਮਿਆਰ ਉਸ ਲੈਵਲ ਦਾ ਨਹੀਂ ਹੈ। ਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਜਿਹੜੀ ਹੈ ਨਾ ਸਭ ਤੋਂ ਬਿਹਤਰੀਨ ਆਹੀ ਆ ਯੂਨੀਵਰਸਿਟੀ ਫੈਸਲਾਬਾਦ ਹੀ ਆ। ਔਰ ਫੈਸਲਾਬਾਦ 'ਚ ਵੈਸੇ ਵੀ ਘੱਟ ਨੇ ਪ੍ਰਾਈਵੇਟ ਯੂਨੀਵਰਸਿਟੀਆਂ, 1-2 ਹੀ ਨੇ ਸਿਰਫ, ਇਹ ਵਾ ਤੇ ਇੱਕ ਰਿਫਾ ਯੂਨੀਵਰਸਿਟੀ ਆ ਫੈਸਲਾਬਾਦ ਦੇ ਵਿੱਚ। ਇਹਦੇ 'ਚ ਪੜ੍ਹਾਈ ਦਾ ਮਾਹੌਲ ਕੈਸਾ ਵੈਸੇ? ਅੱਛਾ। ਹਾਂਜੀ, ਪੜ੍ਹਾਈ ਇੱਥੇ ਅੱਛੀ ਹੁੰਦੀ ਆ। ਅੱਛਾ, ਯਾਨੀ ਉਹ ਜਿਹੜੇ ਪੈਸੇ ਲੈਂਦੇ ਨੇ ਉਹ ਆਪਣੇ ਹਲਾਲ ਕਰ ਦਿੰਦੇ ਨੇ ਪੜ੍ਹਾਈ। ਜੇ ਤੁਸੀਂ ਬੀਬੀਏ ਦੇਖਣਾ ਚਾਹ ਰਹੇ ਹੋ, ਜੇ ਬੀਬੀਏ ਤੋਂ ਰਿਲੇਟਡ ਫਿਰ ਤੇ ਇੱਥੇ ਬਿਹਤਰੀਨ ਆ। ਅੱਛਾ, ਇਹਨਾਂ ਦੇ ਟੀਚਰ ਵੀ ਠੀਕ ਨੇ। ਅੱਛਾ, ਮਤਲਬ ਫੈਕਲਟੀ ਵਗੈਰਾ ਸਾਰੀ ਇਹਨਾਂ ਦੀ ਪੂਰੀ ਆ, ਬੜਾ ਬਿਹਤਰੀਨ ਨਿਜ਼ਾਮ ਪ੍ਰੋਵਾਈਡ ਕਰਦੇ। ਬਾਕੀ ਕਿਸੇ ਯੂਨੀਵਰਸਿਟੀ ਤੁਹਾਨੂੰ ਇਦਾਂ ਦਾ ਫੈਸਲਾਬਾਦ ਦੇ ਅੰਦਰ ਨਹੀਂ ਇਦਾਂ ਦਾ। ਯਾਨੀ ਬੀਬੀਏ ਜਿਹੜਾ ਕਰਨਾ ਚਾਹਵੇ ਤੁਸੀਂ ਉਹਨੂੰ ਰਿਕਮੈਂਡ ਕਰੋਗੇ? ਇੱਥੋਂ ਕਰਨਾ। ਅੱਛਾ, ਚਲੋ, ਇਹਦੀ ਡਿਗਰੀ ਦੀ ਵੈਲਿਊ ਹੈ? ਵੈਲਿਊ ਹੈ, ਬਿਲਕੁਲ ਹੈ ਵੈਲਿਊ। W4 ਕੈਟਾਗਰੀ ਵਿੱਚ ਆਉਂਦੀ ਹੈ, HEC ਤੋਂ ਅਪਰੂਵ ਆ, ਇਹਦੀ ਡਿਗਰੀ ਵੈਲਿਡ ਆ। ਅੱਛਾ ਅੱਛਾ ਅੱਛਾ। ਤੇ ਬਾਕੀ ਸਿਆਸੀ ਤੌਰ ਤੇ ਮਾੜੀ ਜੀ ਗੱਲ ਕਰ ਲਈ, ਹਾਸੇ ਮਜ਼ਾਕ ਵਾਲੀ ਨਹੀਂ, ਥੋੜੀ ਬਹੁਤੀ ਗੱਲ, ਕਿਹੜੀ ਪਾਰਟੀ ਨੂੰ ਤੁਸੀਂ ਸਪੋਰਟ ਕਰ ਰਹੇ ਹੋ ਜ਼ਿਆਦਾ? PTI ਨੂੰ ਜੀ। ਚਲੋ ਮਾਸ਼ਾਅੱਲਾ, PTI ਨੂੰ ਅੱਛੀ ਗੱਲ ਆ।
ਬਹੁਤ ਅੱਛੀ ਗੱਲ ਆ। ਪੀਟੀਆਈ ਜਿਹੜੀ ਨੌਜਵਾਨ ਨਸਲ ਆ ਨਾ, ਜਨਰੇਸ਼ਨ ਨਵੀਂ, ਉਹ ਮਾਸ਼ਾਅੱਲਾ ਪੀਟੀਆਈ ਨੂੰ ਸਪੋਰਟ ਕਰਦੀ। ਇਹਨਾਂ ਦੇ ਪੁਰਾਣੇ ਜਿਹੜੇ ਬਾਬੇ ਸੀ ਉਹ ਨੋਨ ਲੀਗੀ, ਉਹਨਾਂ ਦਾ ਵੀ ਦੇਣ ਬਦਲ ਗਿਆ। ਚਲੋ ਅੱਲਾ ਖੈਰ ਕਰੇ। ਤੇ ਦੂਸਰਾ ਤੁਹਾਡੇ ਹਲਕੇ ਚ ਐਮਐਨਐਮਪੀ ਕਿਹੜਾ? ਇੰਨਾ ਮੈਨੂੰ ਮਾਲੂਮ ਨਹੀਂ ਹੈ ਐਮਐਨਐਮਪੀ ਕਿਹੜਾ ਵਾ ਸਾਡੇ ਹਲਕੇ ਵਿੱਚ, ਕਿਉਂਕਿ ਅਸੀਂ ਰੀਸੈਂਟਲੀ ਇਸ ਇਲਾਕੇ 'ਚ ਸ਼ਿਫਟ ਹੋਏ ਹਾਂ। ਅੱਛਾ ਅੱਛਾ ਅੱਛਾ, ਚਲੋ ਅੱਲਾ ਖੈਰ ਕਰੇ। ਹੋਰ ਤੁਸੀਂ ਕੀ ਸਾਨੂੰ ਲੋਕਾਂ ਨੂੰ ਆਪਣੇ ਤਜਰਬੇ ਤੋਂ ਫਾਇਦਾ ਦਓਗੇ? ਇਹ ਐਡਮਿਸ਼ਨ ਜਿਹੜਾ ਓਪਨ ਮੈਰਿਟ ਤੇ ਆ ਜਾਂ ਇਹਦੇ ਵਾਸਤੇ ਮੈਰਿਟ ਬਣਦਾ? ਇਹ ਪ੍ਰਾਈਵੇਟ ਯੂਨੀਵਰਸਿਟੀਆਂ ਕੋਈ ਵੀ ਹੋਏ, ਉੱਥੇ ਮੈਰਿਟ ਮੂਰਟ ਕੋਈ ਨਹੀਂ ਹੁੰਦਾ, ਉੱਥੇ ਪੈਸੇ ਚੱਲਦੇ ਆ। ਤੁਸੀਂ ਪੈਸੇ ਲਿਆਣੇ ਆ ਤੇ ਉਹਨਾਂ ਨੇ ਤੁਹਾਨੂੰ ਐਡਮਿਸ਼ਨ ਦੇ ਦੇਣਾ। ਭਾਵੇਂ 33% ਨੰਬਰ ਹਾਂ 33%। ਇਹ ਖਾਸ ਤੌਰ ਤੇ ਨੌਨ ਟੈਕਨੀਕਲ ਜਿਹੜੀ ਡਿਗਰੀਆਂ ਜਿੱਦਾਂ BBA ਵਗੈਰਾ, ਜੇ ਤੁਸੀਂ ਟੈਕਨੀਕਲ ਵਿੱਚ ਜਾਂਦੇ ਹੋ ਉੱਥੇ HEC ਦੀ ਜਿੱਦਾਂ ਇੱਕ ਰਿਕੁਆਇਰਮੈਂਟ ਹੁੰਦੀ ਆ। ਹਾਂ, ਫੋਰ ਐਗਜ਼ਾਮਪਲ ਤੁਸੀਂ ਇੰਜੀਨੀਅਰਿੰਗ ਕਰਨ ਜਾਂਦੇ ਹੋ ਕੋਈ ਵੀ, ਤੁਹਾਨੂੰ 60% ਨੰਬਰ ਚਾਹੀਦੇ ਆ ਮਿਨੀਮਮ, ਜਿਹੜਾ ਨਾ FSC ਦੇ ਵਿੱਚ 60 ਤੋਂ ਥੱਲੇ ਹੋਵੇ ਤੁਹਾਨੂੰ ਉਹ ਡਿਗਰੀ ਨਹੀਂ, PEC ਨੰਬਰ ਨਹੀਂ ਅਲਾਟ ਕਰਦੇ। ਠੀਕ ਹੈ। ਇਸੇ ਤਰ੍ਹਾਂ ਜੇ ਕੰਪਿਊਟਰ ਸਾਇੰਸ ਦੀ ਡਿਗਰੀ ਆ ਉਹਦੇ ਵਾਸਤੇ 50% ਚਾਹੀਦੇ ਹੁੰਦੇ ਆ। ਕੋਈ ਵੀ ਸੌਫਟਵੇਅਰ ਇੰਜੀਨੀਅਰ ਜਾਂ ਕੰਪਿਊਟਰ CS ਕਰਨਾ ਤੇ ਅੱਛਾ ਅੱਛਾ, 50% ਤੁਹਾਡੇ ਨੰਬਰ ਹੋਣੇ ਚਾਹੀਦੇ, ਫਿਰ ਤੁਹਾਨੂੰ CS ਹੋ ਜਾਵੇ। ਜੀ ਜੀ। ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਪੜ੍ਹਦੇ ਸੀ ਇਹ ਕੋਈ ਘਰਦਿਆਂ ਦਾ ਪੈਸਾ ਬਰਬਾਦ ਹੀ ਕਰਦੇ ਹੋ ਹੈ? ਜਿਹੜੀ ਸਾਡੀ ਡਿਗਰੀ ਹੈ ਇਹ ਇੱਕ ਰਾਤ ਪਹਿਲੇ ਹੀ ਪੜ੍ਹਨਾ ਪੈਂਦਾ ਪੇਪਰਾਂ ਤੋਂ। ਇਹਦਾ ਮਤਲਬ ਬਾਕੀ ਫਿਰ ਤੁਸੀਂ ਅਵਾਰਾ ਮਿਲਦੇ ਰਹਿੰਦੇ ਹੋ? ਬਾਕੀ ਏਦਾਂ ਹੀ ਹੈ। ਇਹਦਾ ਮਤਲਬ ਮੇਨ ਜਿਹੜੀ ਤੁਹਾਡੀ ਹੈ ਨਾ ਨੌਲੇਜ, ਜਿਹੜੀ ਤੁਸੀਂ ਕਹਿ ਰਹੇ ਹੋ ਕਿਤਾਬੀ ਨਹੀਂ ਹੈ, ਇਹ ਪ੍ਰੈਕਟੀਕਲ ਸਾਰਾ ਡਿਗਰੀ ਹੈ। ਅੱਛਾ। ਜੇ ਤੁਸੀਂ ਫੋਰ ਐਗਜ਼ਾਮਪਲ ਇਸ ਡਿਗਰੀ ਵਿੱਚ ਆਉਂਦੇ ਹੋ ਨਾ, ਪਹਿਲੇ ਦਿਨ ਤੋਂ ਮੇਰੀ ਇਹ ਤੁਹਾਨੂੰ ਇੱਕ ਰਾਏ ਹੈ ਕਿ ਤੁਸੀਂ ਪਹਿਲੇ ਦਿਨ ਤੋਂ ਕਿਸੇ ਦੇ ਨਾਲ, ਕਿਉਂਕਿ ਕਾਰੋਬਾਰ ਤੁਸੀਂ ਪੜ੍ਹਨ ਦੇ ਹੋ, ਕਿਸੇ ਦੇ ਨਾਲ ਕਾਰੋਬਾਰ ਦੇ ਵਿੱਚ ਪੈ ਜਾਓ। ਜਿਹੜਾ ਤੁਹਾਡਾ ਉਹ ਪ੍ਰੈਕਟੀਕਲ ਤੁਸੀਂ ਨੌਲੇਜ ਸਿੱਖੋਗੇ ਨਾ, ਉਹ ਵੀ ਤੁਹਾਨੂੰ ਅੱਗੇ ਫਾਇਦਾ ਦੇਣਾ ਵਾ। ਜਿਹੜਾ ਕਿਤਾਬੀ ਹੈ ਉਹ ਇੱਕ ਜਸਟ ਸਪੋਰਟ ਹੁੰਦੀ ਹੈ ਤੁਹਾਨੂੰ ਕਿ ਚੀਜ਼ਾਂ ਨੂੰ ਸਮਝਣ ਵਾਸਤੇ। ਚਲੋ ਬੜੀ ਮਿਹਰਬਾਨੀ, ਸ਼ੁਕਰੀਆ ਜੀ, ਤੁਹਾਡਾ ਗੱਪਸ਼ਪ ਲੱਗੇ। ਤੁਸੀਂ BBA ਦੀ ਡਿਗਰੀ ਦੇ ਬਾਰੇ ਚ ਲੋਕਾਂ ਨੂੰ ਦੱਸਿਆ। ਤੇ फैसलाबाद ਦੇ कैसे लोग ने वैसे ठीक ने, खुश मिजाज ने या हंसमुख ने या खुशक तबीयत ने? नहीं, फैसलाबाद ਦੇ ਹਸਮੁਖ ਨੇ, ਖੁੱਲੇ ਹੀ ਹਸਮੁਖ ਨੇ, ਜੁਗਤਾ ਮਾਰ ਪੂਰੇ ਪਾਕਿਸਤਾਨ ਦੇ ਹਾਲ ਨਾ ਤੇ ਹੈ ਵੈਸੇ ਠੀਕ ਨੇ ਮਾਸ਼ਾਅੱਲਾ। ਫੈਸਲਾਬਾਦੀ ਬਹੁਤ ਚੰਗੇ ਨੇ। ਚਲੋ ਜੀ, ਅੱਲਾਹ ਤਾਲਾ ਤੁਹਾਨੂੰ ਮੁਸਤਕਬਲ ਦੇ ਵਿੱਚ ਆਉਣੇ ਵਾਲੇ ਵਕਤ ਚ ਤਰੱਕੀਆਂ ਤਾ ਫਰਮਾਏ। ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ ਮਾਸ਼ਾਅੱਲਾ। ਕਾਰੋਬਾਰ ਕੀ ਕਰੋਗੇ ਤੁਸੀਂ ਫਿਊਚਰ ਦੇ ਵਿੱਚ? ਮੇਰਾ ਡਿਜੀਟਲ ਮਾਰਕੀਟਿੰਗ ਵਿੱਚ ਹੈ, ਅੱਗੇ ਸਪੈਸ਼ਲਾਈਜੇਸ਼ਨ ਕਰ ਰਹੇ ਹਾਂ। ਅੱਛਾ। ਤੇ ਮੇਰਾ ਮਜ਼ੀਦ ਰੁਝਾਨ ਹੈ ਡਿਜੀਟਲ ਜਿਹੜੀ ਹੈਗੀ ਆ ਈ-ਕਾਮਰਸ ਦੇ ਵਿੱਚ ਆ। ਅੱਛਾ। ਜਿਸ ਤਰ੍ਹਾਂ Amazon ਹੋ ਗਿਆ ਜਾਂ ਇਸ ਤਰ੍ਹਾਂ ਦੀ ਮੁਖਤਲਿਫ ਪਲੇਟਫਾਰਮ ਨੇ ਉਹਨਾਂ ਤੇ। ਚਲੋ ਅੱਲਾਹ ਤਾਲਾ ਤੁਹਾਨੂੰ ਤੁਹਾਡੇ ਮਕਸਦ ਕਾਮਯਾਬੀਆਂ ਤਾ ਫਰਮਾਏ। ਬੜੀ ਮਿਹਰਬਾਨੀ। अस्सलाम वालेकुम। जी उसामा साहब ने मैं नवेद गार्डन च लाया हैं ते माशाल्लाह देखो बहुत अच्छी लोकेशन आ। कॉलोनी की एक ही गली आ लेकिन माशाल्लाह खूबसूरत बड़ी है। देखो खूबसूरती कितनी प्यारी है माशाल्लाह। बहुत अच्छा ही लोकेशन ते आ, सफाई बहुत अच्छी आ, बहुत अच्छी कॉलोनी बनी है। है तो घर थोड़े ही आ, एक ही गली आ लेकिन अच्छी जी। नवेद गार्डन की लोकेशन देखो माशाल्लाह कितनी अच्छी कॉलोनी है जी। बहुत साफ सुथरी कॉलोनी आ, बहुत प्यारा माहौल आ ते बच्चे भी इत्थे खेडन डए ने माशाल्लाह। बहुत प्यारा माहौल आ ते बहुत अच्छी लोकेशन ते आ कॉलोनी। ਇਹਦੀ गली तो एक ही है लेकिन खूबसूरती बहुत आ माशाल्लाह। बहुत प्यारी कॉलोनी है नवेद गार्डन। ये मस्जिद है जी, बहुत प्यारी कॉलोनी है जी। और जी अल्लाह खैर करे जी। लो जी नवीद साहब इजाज़त फिर, अल्लाह खैर करे। ओके जी, अस्सलाम वालेकुम।